ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ। ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਚਿਊਟ ਤੇ। ਸਵਾਗਤ ਕਰਦਾ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਦੇ ਉੱਤੇ। ਅੱਜ ਦੀ ਇਸ ਕਲਾਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਜੀ 6ਵੀਂ ਕਲਾਸ ਦਾ 8ਵਾਂ ਚੈਪਟਰ, ਜੋ ਕਿ ਨਵੇਂ ਸਿਲੇਬਸ ਦੇ ਅਕੋਰਡਿੰਗ 7ਵਾਂ ਪੜੂੰਗਾ, ਬਟ ਮੇਰੇ ਕੋਲ ਜੋ ਹੈ ਪੁਰਾਣੀ ਬੁੱਕ ਦੇ ਅਕੋਰਡਿੰਗ ਮੈਂ ਸ਼ੁਰੂ ਕੀਤੇ ਹੋਏ ਨੇ, ਕਿਉਂਕਿ ਆਪਾਂ ਉਸ ਦੇ ਵਿੱਚ ਜੀਓਗ੍ਰਾਫੀ ਦਾ ਇੱਕ ਚੈਪਟਰ ਜਿਹੜਾ ਹੈ 7 ਨੰਬਰ ਉਹ ਐਕਸਟਰਾ ਕੀਤਾ ਹੈ, ਹਾਲਾਂਕਿ ਉਹ ਲੇਟੈਸਟ ਸਿਲੇਬਸ ਦੇ ਵਿੱਚ ਐਡ ਨਹੀਂ ਸੀਗਾ। ਓਕੇ, ਤਾਂ ਇਸ ਦੇ ਅਕੋਰਡਿੰਗ ਇਹ ਸਾਡਾ 7ਵਾਂ ਚੈਪਟਰ ਬਣਦਾ ਹੈ ਜੇਕਰ 2023 ਦੇ ਸਿਲੇਬਸ ਦੇ ਅਕੋਰਡਿੰਗ ਗੱਲ ਕਰੀਏ। ਔਰ ਇਸ ਤੋਂ ਇਲਾਵਾ ਇਹ ਚੈਪਟਰ ਜਿਹੜਾ ਹੈ ਅੱਜ ਦੇ ਸਾਡੇ ਇਤਿਹਾਸ ਨੂੰ ਲੈ ਕੇ ਹੈ, ਪ੍ਰਾਚੀਨ ਇਤਿਹਾਸ ਜਿਹੜਾ ਹੈ ਸੋ ਉਹਦੇ ਅਧਿਐਨ ਨੂੰ ਲੈ ਕੇ ਹੈ ਕਿ ਸਟੱਡੀ ਆਫ ਐਂਸ਼ੈਂਟ ਹਿਸਟਰੀ ਐਂਡ ਸੋਰਸ, ਜੋ ਸਾਡਾ ਪ੍ਰਾਚੀਨ ਇਤਿਹਾਸ ਰਿਹਾ ਹੈ ਸੋ ਉਹਦੇ ਅਧਿਐਨ ਨੂੰ ਲੈ ਕੇ ਸਾਡੇ ਕੋਲੇ ਸਰੋਤ ਕਿਹੜੇ ਕਿਹੜੇ ਹੈਗੇ ਨੇ, ਕਿਸ ਤਰੀਕੇ ਦੇ ਨਾਲ ਅਸੀਂ ਜਿਹੜਾ ਸਾਡੇ ਇਤਿਹਾਸ ਨੂੰ ਸਮਝ ਸਕਦੇ ਹਾਂ, ਕਿਸ ਤਰੀਕੇ ਦਾ ਸਾਡਾ ਜਿਹੜਾ ਉਹ ਇਤਿਹਾਸ ਰਿਹਾ ਹੈ, ਇਤਿਹਾਸ ਨੂੰ ਕਿਹੜੇ ਕਿਹੜੇ ਸਮਿਆਂ ਦੇ ਵਿੱਚ ਡਿਵਾਈਡ ਕੀਤਾ ਗਿਆ ਹੈ, ਉਹ ਸਾਰਾ ਸਟਰਕਚਰ ਆਪਣਾ ਇਸ ਤਰ੍ਹਾਂ ਰਹੂਗਾ। ਹਾਲਾਂਕਿ ਮੈਂ ਇਸ ਨੂੰ 6ਵੀਂ ਕਲਾਸ ਦੇ ਅਕੋਰਡਿੰਗ ਬਣਾ ਰਿਹਾ ਹਾਂ, ਬਟ ਤੁਹਾਨੂੰ ਇਹ ਤਕਰੀਬਨ ਸਾਰੇ ਹੀ ਐਗਜ਼ਾਮ ਦੇ ਵਿੱਚ ਹੈਲਪ ਰਹੂਗਾ, ਕਿਉਂਕਿ ਤੁਹਾਨੂੰ ਇਹ ਤਕਰੀਬਨ ਜੋ ਵੀ ਆਪਣੇ ਸਬਜੈਕਟ ਹੈਗੇ ਨੇ ਉਹਨਾਂ ਦਾ ਬੇਸ ਤਿਆਰ ਕਰਨ ਦੇ ਵਿੱਚ ਹੈਲਪ ਕਰੇਗਾ। ਓਕੇ, ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੈਗੇ ਹੋ, ਜਿੱਥੇ ਤੁਹਾਨੂੰ ਸਾਰੀ ਕਲਾਸਾਂ ਦੇ ਨੋਟੀਫਿਕੇਸ਼ਨ ਪਲੱਸ ਇਸ ਤੋਂ ਇਲਾਵਾ ਹੋਰ ਕਾਫੀ ਸਾਰੀ ਇਨਫੋਰਮੇਸ਼ਨ ਜਿਹੜੀ ਆ ਉਹ ਪ੍ਰੋਵਾਈਡ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਤੁਸੀਂ ਐਪ ਡਾਊਨਲੋਡ ਕਰ ਸਕਦੇ ਹੈਗੇ ਹੋ ਜੀ ਰਮਨ ਇੰਸਟੀਚਿਊਟ ਦੀ, ਜੋ ਕਿ ਪਲੇ ਸਟੋਰ ਤੋਂ ਤੁਹਾਨੂੰ ਮਿਲ ਜਾਵੇਗੀ। ਇੱਥੇ ਜਾ ਕੇ ਤੁਸੀਂ ਇਹਨਾਂ ਕਲਾਸਾਂ ਦੀਆਂ ਜਿਹੜੀਆਂ PDF ਜਿਹੜੀਆਂ ਨੇ ਉਹ ਕਲੈਕਟ ਕਰ ਸਕਦੇ ਹੈਗੇ ਹੋਗੇ। ਅਤੇ ਇਸ ਤੋਂ ਇਲਾਵਾ MCQ ਕਲਾਸਾਂ ਜਿਹੜੀਆਂ ਉਹ ਲਾਈਵ ਚੱਲ ਰਹੀਆਂ ਨੇ, ਤੁਸੀਂ 8 ਵਜੇ ਡੇਲੀ ਜਿਹੜੀਆਂ ਜੁਆਇਨ ਕਰ ਸਕਦੇ ਹੈਗੇ ਹੋ। ਮੰਡੇ ਤੋਂ ਲੈ ਕੇ ਸੈਟਰਡੇ ਤੱਕ ਲਾਈਵ ਕਲਾਸ ਚੱਲਦੀ ਹੁੰਦੀ ਹੈ, ਜਿਸ ਦੇ ਵਿੱਚ ਜੀਓਗ੍ਰਾਫੀ, ਹਿਸਟਰੀ ਤੇ ਪੋਲੀਟੀਕਲ ਸਾਇੰਸ ਦੀਆਂ ਕਲਾਸਾਂ ਲਾਈਵ ਰਹਿੰਦੀਆਂ ਹੈਗੀਆਂ ਨੇ। ਹਾਂਜੀ, ਸ਼ੁਰੂ ਕਰਦੇ ਹਾਂ ਜੀ ਅੱਜ ਦਾ ਟੌਪਿਕ ਆਪਣਾ, ਇਤਿਹਾਸ ਕੀ ਹੈ ਔਰ ਕਿਹੜੇ ਕਿਹੜੇ ਸਮਿਆਂ ਦੇ ਵਿੱਚ ਇਸ ਨੂੰ ਡਿਵਾਈਡ ਕੀਤਾ ਜਾ ਸਕਦਾ ਹੈ, ਇਤਿਹਾਸ ਕਿਉਂ ਪੜ੍ਹਿਆ ਜਾਂਦਾ ਹੈ, ਇਹ ਸਾਰਾ ਕੁਝ ਆਪਾਂ ਅੱਜ ਸਮਝਾਂਗੇ। ਸੋ ਇਤਿਹਾਸ ਇੱਕ ਇਸ ਤਰ੍ਹਾਂ ਦਾ ਕੰਸੈਪਟ ਹੈ ਜਿਸ ਦੇ ਵਿੱਚ ਅਸੀਂ ਭੂਤਕਾਲ, ਮਤਲਬ ਕਿ ਜੋ ਸਮਾਂ ਲੰਘ ਚੁੱਕਿਆ ਹੈ ਸੋ ਉਸ ਦੇ ਬਾਰੇ ਅਸੀਂ ਪੜ੍ਹਦੇ ਹੈਗੇ। ਹਾਲਾਂਕਿ ਸਾਡੇ ਦਿਮਾਗ ਦੇ ਵਿੱਚ ਇੱਕ ਸਵਾਲ ਜ਼ਰੂਰ ਆਉਂਦਾ ਹੈ ਕਿ ਅਸੀਂ ਇਤਿਹਾਸ ਨੂੰ ਕਿਉਂ ਪੜ੍ਹ ਰਹੇ ਹਾਂ, ਕਿਉਂਕਿ ਅਸਲ ਦੇ ਵਿੱਚ ਉਹ ਤਾਂ ਨਿਕਲ ਚੁੱਕਿਆ ਹੈ, ਉਹ ਹੁਣ ਵਾਪਸ ਤਾਂ ਆਉਣ ਵਾਲਾ ਨਹੀਂ ਹੈ, ਪਰ ਅਸੀਂ ਪੜ੍ਹ ਕਿਉਂ ਰਹੇ ਹੈਗੇ ਹਾਂ। ਉਹਦਾ ਅਸਲ ਦੇ ਵਿੱਚ ਅਰਥ ਇਹ ਹੁੰਦਾ ਹੈ ਕਿ ਇਤਿਹਾਸ ਨੂੰ ਪੜ੍ਹਨ ਦਾ ਮਤਲਬ ਇਹ ਹੁੰਦਾ ਕਿ ਅਸੀਂ ਸਾਡੇ ਪੁਰਾਣੀਆਂ ਜਿਹੜੀਆਂ ਗਲਤੀਆਂ ਨੇਗੀਆਂ, ਜਾਂ ਪੁਰਾਣੇ ਮਨੁੱਖ ਨੇ ਕਿਵੇਂ ਵਿਕਾਸ ਕੀਤਾ ਸੀ, ਜਾਂ ਪੁਰਾਣੇ ਸਮੇਂ ਦੇ ਵਿੱਚ ਕੀ ਕੁਝ ਵਾਪਰਿਆ ਸੀਗਾ, ਉਹ ਸਾਰੇ ਨੂੰ ਅਧਿਐਨ ਕਰਕੇ ਆਉਣ ਵਾਲਾ ਫਿਊਚਰ ਜਿਹੜਾ ਹੈ ਉਸ ਨੂੰ ਵਧੀਆ ਬਣਾਉਣਾ, ਜਾਂ ਫਿਰ ਆਉਣ ਵਾਲੇ ਜਿਹੜੇ ਸਾਡੇ ਜਿਉਣ ਦੇ ਤਰੀਕੇ ਨੇ ਉਹਨਾਂ ਨੂੰ ਬਿਹਤਰ ਕਰਨਾ, ਇਹ ਸਾਡੇ ਇਤਿਹਾਸ ਦਾ ਸਭ ਤੋਂ ਇੰਪੋਰਟੈਂਟ ਪਾਰਟ ਹੁੰਦਾ। ਇਹਦੇ ਥਰੂ ਅਸੀਂ ਇਹ ਸਮਝ ਕੇ ਆਪਣੇ ਆਉਣ ਵਾਲੇ ਸਮੇਂ ਨੂੰ ਵਧੀਆ ਬਣਾ ਸਕਦੇ ਹੁੰਦੇ ਹਾਂਗੇ। ਇਸ ਲਈ ਸਾਨੂੰ ਇਤਿਹਾਸ ਜਿਹੜਾ ਹੈ ਉਹ ਪੜ੍ਹਨਾ ਪੈਂਦਾ ਹੈ। ਇਤਿਹਾਸ, ਅਤੀਤ, ਭੂਤਕਾਲ, ਇਹ ਤਿੰਨੋਂ ਇੱਕੋ ਸ਼ਬਦ ਦੇ ਲਈ ਵਰਤ ਲਏ ਜਾਂਦੇ ਹਨ, ਯਾਨੀ ਕਿ ਇਤਿਹਾਸ ਨੂੰ ਕਹਿ ਦਿੱਤਾ ਜਾਂਦਾ ਹੈਗਾ। ਓਕੇ, ਇਤਿਹਾਸ ਕੀ ਹੁੰਦਾ ਹੈ? ਸੋ ਇਹ ਹੁੰਦਾ ਹੈਗਾ ਜੀ ਭੂਤਕਾਲ ਦੀਆਂ ਘਟਨਾਵਾਂ ਦਾ ਲਿਖਤੀ ਵੇਰਵਾ। ਇੱਥੇ ਯਾਦ ਰੱਖਣਾ ਹੈ ਕਿ ਆਪਣੇ ਕੋਲ ਦੋ ਸ਼ਬਦ ਹੁੰਦੇ ਹੈਗੇ ਨੇ, ਇੱਕ ਨੂੰ ਆਪਾਂ ਇਤਿਹਾਸ ਕਹਿ ਦਿੰਦੇ ਹੁੰਦੇ ਹਾਂ, ਇੱਕ ਨੂੰ ਕਹਿ ਦਿੰਦੇ ਹੁੰਦੇ ਹਾਂ ਮਿਥਿਹਾਸ। ਓਕੇ, ਜਿਹੜਾ ਮਿਥਿਹਾਸ ਹੁੰਦਾ ਹੈ ਸੋ ਇਸ ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੀਆਂ ਸੂਚਨਾਵਾਂ ਹੁੰਦੀਆਂ ਨੇਗੀਆਂ ਉਹ ਮੌਖਿਕ ਰੂਪ ਦੇ ਵਿੱਚ ਚੱਲਦੀਆਂ ਨੇਗੀਆਂ, ਬਟ ਕੋਈ ਲਿਖਤੀ ਡਾਟਾ ਨਹੀਂ ਹੁੰਦਾ। ਪਰ ਉੱਥੇ ਇਤਿਹਾਸ ਜਿਹੜਾ ਹੁੰਦਾ ਹੈਗਾ ਉਹਨਾਂ ਸਾਰਿਆਂ ਦੀਆਂ ਘਟਨਾਵਾਂ ਸਾਨੂੰ ਲਿਖਤੀ ਰੂਪ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ, ਕਿਤੇ ਨਾ ਕਿਤੇ ਜ਼ਰੂਰ ਨੋਟ ਕੀਤੀਆਂ ਹੁੰਦੀਆਂ ਨੇ, ਉਹਦੇ ਆਧਾਰ ਦੇ ਉੱਪਰ ਅਸੀਂ ਸਾਡੇ ਇਤਿਹਾਸ ਨੂੰ ਪੜ੍ਹ ਸਕਦੇ ਹੁੰਦੇ ਹਾਂ। ਅਤੇ ਇਤਿਹਾਸ ਲਿਖਤੀ ਵੇਰਵਾ ਹੁੰਦਾ ਹੈ, ਮਿਥਿਹਾਸ ਅਲਿਖਤੀ ਵੇਰਵਾ ਹੁੰਦਾ ਹੈਗਾ। ਜਿਹੜਾ ਵਿਅਕਤੀ ਇਤਿਹਾਸ ਦੇ ਲਈ, ਯਾਨੀ ਕਿ ਜਿਹਨੂੰ ਆਪਾਂ ਇਤਿਹਾਸਕਾਰ ਕਹਿ ਦਿੰਦੇ ਹਾਂ, ਸੋ ਉਹ ਹੁੰਦਾ ਹੈ ਜੋ ਵਿਅਕਤੀ ਇਤਿਹਾਸ ਨੂੰ ਲਿਖਦੇ ਹੈਗੇ ਨੇਗੇ, ਸੋ ਉਹਨਾਂ ਨੂੰ ਆਪਾਂ ਇਤਿਹਾਸਕਾਰ ਦੇ ਨਾਮ ਨਾਲ ਸੰਬੋਧਨ ਕਰਦੇ ਹੈਗੇ ਆ। ਜਿਹੜੇ ਵਿਅਕਤੀ ਇਤਿਹਾਸ ਨੂੰ ਕ੍ਰੀਏਟ ਕਰਦੇ ਹੈਗੇ, ਲਿਖ ਕੇ ਸਾਡੇ ਤੱਕ ਪਹੁੰਚਾਉਂਦੇ ਹੈਗੇ ਨੇਗੇ। ਇਤਿਹਾਸ ਇੱਕ ਯੂਨਾਨੀ ਭਾਸ਼ਾ ਦਾ ਸ਼ਬਦ ਹੈ ਜੋ ਕਿ ਹਿਸਟੋਰੀਆ ਤੋਂ ਲਿਆ ਗਿਆ ਹੈਗਾ। ਇਤਿਹਾਸ ਇੱਕ ਯੂਨਾਨੀ ਵਰਡ ਹੈ ਜਿਹੜਾ ਕਿ ਹਿਸਟੋਰੀਆ ਤੋਂ ਲਿਆ ਗਿਆ ਹੈ, ਜਿਸ ਦਾ ਅਰਥ ਹੁੰਦਾ ਹੈ ਜੀ ਭੂਤਕਾਲ ਦਾ ਗਿਆਨ, ਯਾਨੀ ਕਿ ਪਾਸਟ ਦੀ ਸਟੱਡੀ ਜਾਂ ਪਾਸਟ ਦੀ ਜਿਹੜੀ ਹੈ ਨੌਲੇਜ ਹੈ, ਸੋ ਇਸ ਨੂੰ ਕਹਿ ਦਿੱਤਾ ਜਾਂਦਾ ਹੈਗਾ। ਦੁਨੀਆ ਦੇ ਵਿੱਚ ਇਤਿਹਾਸ ਨੂੰ ਸ਼ੁਰੂ ਕਰਨ ਵਾਲਾ ਵਿਅਕਤੀ ਹੈ ਜੀ ਹੈਰੋਡੋਟਸ, ਯਾਨੀ ਕਿ ਇਤਿਹਾਸ ਦਾ ਪਿਤਾਮਾ ਹੈਰੋਡੋਟਸ ਨੂੰ ਮੰਨਿਆ ਜਾਂਦਾ ਹੈ, ਜਿਸ ਨੇ ਕਿ ਇਤਿਹਾਸ ਨੂੰ ਹੋਂਦ ਦੇ ਵਿੱਚ ਲਿਆਂਦਾ ਹੈ। ਅਤੇ ਉਸ ਤੋਂ ਬਾਅਦ ਅਸੀਂ ਸਾਰੇ ਜਿਹੜਾ ਹੈ ਇਤਿਹਾਸ ਨੂੰ ਪੜ੍ਹਦੇ ਆ ਰਹੇ ਹਾਂ, ਜਿਹਦੇ ਤੋਂ ਸਾਨੂੰ ਸਾਡੇ ਪੁਰਾਣੇ ਸਮੇਂ ਦੇ ਜਿਹੜੇ ਰਾਜੇ ਮਹਾਰਾਜੇ, ਸਾਡੇ ਰਹਿਣ ਸਹਿਣ ਦੇ ਜਿਹੜੇ ਤਰੀਕੇ ਸੀਗੇ, ਖਾਣ ਪੀਣ ਦੇ ਜਿਹੜੇ ਤਰੀਕੇ ਸੀਗੇ, ਉਹਨਾਂ ਦੇ ਬਾਰੇ ਸਾਨੂੰ ਜਿਹੜੀ ਜਾਣਕਾਰੀ ਹੈ ਉਹ ਮਿਲਦੀ ਆ ਰਹੀ ਹੈਗੀ ਆ। ਪੁਰਾਣੇ ਲੋਕ ਕਿਵੇਂ ਰਹਿੰਦੇ ਸੀ, ਕਿਸ ਕਿਸ ਤਰੀਕੇ ਦੇ ਨਾਲ ਰਹਿੰਦੇ ਸੀ, ਕਿਹੋ ਜਿਹੇ ਘਰ ਸੀਗੇ, ਕਿਹੋ ਜਿਹਾ ਰਹਿਣ ਸਹਿਣ ਸੀ, ਕਿਹੋ ਜਿਹਾ ਮਿਲਵਰਤਨ ਸੀਗਾ, ਉਹ ਸਾਰਾ ਕੁਝ ਜਿਹੜਾ ਆਪਾਂ ਇਤਿਹਾਸ ਦੇ ਵਿੱਚ ਡਿਸਕਸ ਕਰਦੇ ਹੁੰਦੇ ਹਾਂ। ਹੈਰੋਡੋਟਸ ਦਾ ਪਿਤਾ ਸੀ, ਯੂਨਾਨੀ ਭਾਸ਼ਾ ਦਾ ਇਹ ਸ਼ਬਦ ਸੀਗਾ ਜਿਹੜਾ ਕਿ ਹਿਸਟੋਰੀਆ ਤੋਂ ਲਿਆ ਗਿਆ ਸੀ, ਜਿਸ ਦਾ ਅਰਥ ਸੀ ਭੂਤਕਾਲ ਦਾ ਗਿਆਨ। ਓਕੇ, ਇਤਿਹਾਸ ਦੇ ਵਿੱਚ ਦੋ ਤਰ੍ਹਾਂ ਦੇ ਸਾਨੂੰ ਭਾਗ ਦੇਖਣ ਨੂੰ ਮਿਲਣਗੇ। ਇੱਕ ਨੂੰ ਕਿਹਾ ਜਾਊਗਾ ਪੂਰਵ ਇਤਿਹਾਸ ਤੇ ਦੂਸਰੇ ਨੂੰ ਕਿਹਾ ਜਾਊਗਾ ਇਤਿਹਾਸ।
ਪੂਰਵ ਇਤਿਹਾਸ ਕੀ ਹੁੰਦਾ ਹੈ ਅਤੇ ਇਤਿਹਾਸ ਕੀ ਹੁੰਦਾ ਹੈ। ਪਹਿਲਾਂ ਆਪਾਂ ਇਸ ਨੂੰ ਸਮਝ ਲਈਏ ਕਿ ਮਨੁੱਖ ਦੇ ਲੰਬੇ ਜੀਵਨ ਕਾਲ ਨੂੰ ਦੋ ਕਾਲਾਂ ਦੇ ਵਿੱਚ, ਦੋ ਸਮਿਆਂ ਦੇ ਵਿੱਚ ਵੰਡਿਆ ਗਿਆ ਹੈ। ਪਹਿਲੇ ਨੂੰ ਕਿਹਾ ਜਾਂਦਾ ਹੈ ਪੂਰਵ ਇਤਿਹਾਸ। ਪੂਰਵ ਇਤਿਹਾਸ ਇੱਕ ਅਜਿਹਾ ਇਤਿਹਾਸ ਹੈ ਜਿਸ ਦੇ ਬਾਰੇ ਸਾਡੇ ਕੋਲੇ ਕੋਈ ਵੀ ਲਿਖਤੀ ਵੇਰਵਾ ਮੌਜੂਦ ਨਹੀਂ ਹੈ। ਇਹ ਇੱਕ ਮੌਖਿਕ ਰੂਪ ਦੇ ਵਿੱਚ ਚੱਲਦਾ ਰਿਹਾ ਹੈ, ਜਿਵੇਂ ਕਿ ਸਾਡੇ ਦਾਦੇ ਪੜਦਾਦੇ ਨੇ ਸਾਡੇ ਤੱਕ ਪਹੁੰਚਾਇਆ ਸੀ, ਅੱਗੇ ਆਪਣੀ ਜਨਰੇਸ਼ਨ ਤੱਕ ਜਿਹੜਾ ਹੈ ਇਸ ਡਾਟੇ ਨੂੰ ਪਹੁੰਚਾਵਾਂਗੇ। ਇਹ ਪੂਰਵ ਇਤਿਹਾਸ ਦੇ ਵਿੱਚ ਰਹੂਗਾ ਕਿਉਂਕਿ ਇਹਦੀ ਕੋਈ ਵੀ ਲਿਖਤੀ ਡਾਕੂਮੈਂਟ ਸਾਨੂੰ ਨਹੀਂ ਮਿਲਦੇ ਹੈਗੇ। ਦੂਸਰਾ ਆ ਜਾਂਦਾ ਹੈ ਇਤਿਹਾਸ। ਇਤਿਹਾਸ ਉਸ ਨੂੰ ਕਹਿੰਦੇ ਹੈਗੇ ਆ ਜਿਸ ਦਾ ਸਾਨੂੰ ਕੋਈ ਲਿਖਤੀ ਵੇਰਵਾ ਮੌਜੂਦ ਹੁੰਦਾ ਹੈ, ਮਤਲਬ ਕਿ ਉਸ ਨੂੰ ਲਿਖਤੀ ਰੂਪ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਹੈ ਨੋਟ ਕੀਤਾ ਹੋਇਆ, ਉਹਨੂੰ ਆਪਾਂ ਕਹਿ ਦਿੰਦੇ ਹਾਂ ਇਤਿਹਾਸ। ਤਾਂ ਪੂਰੇ ਜੀਵਨ ਕਾਲ ਨੂੰ ਧਰਤੀ ਦੇ ਉੱਪਰ ਆਪਾਂ ਦੋ ਕਾਲਾਂ ਦੇ ਵਿੱਚ ਵੰਡਦੇ ਹਾਂ, ਇੱਕ ਪੂਰਵ ਕਾਲ ਤੇ ਦੂਸਰਾ ਇਤਿਹਾਸ। ਪੂਰਵ ਕਾਲ ਇਤਿਹਾਸ ਉਹ ਜਿਸ ਦੇ ਵਿੱਚ ਲਿਖਤੀ ਵੇਰਵਾ ਨਹੀਂ ਮੌਜੂਦ, ਇਤਿਹਾਸ ਉਹ ਜਿਸ ਦੇ ਵਿੱਚ ਲਿਖਤੀ ਡਾਟਾ ਮੌਜੂਦ ਹੁੰਦਾ ਹੈ। ਠੀਕ ਹੈ ਜੀ, ਪਹਿਲਾਂ ਗੱਲ ਕਰਦੇ ਹਾਂ ਆਪਾਂ ਇਤਿਹਾਸ ਦੀ, ਕਿਉਂਕਿ ਪੂਰਵ ਦੇ ਵਿੱਚ ਤਾਂ ਸਾਨੂੰ ਕੋਈ ਜ਼ਿਆਦਾ ਜਾਣ ਦੀ ਜ਼ਰੂਰਤ ਨਹੀਂ, ਕਿਉਂਕਿ ਅਗਲਾ ਚੈਪਟਰ ਪੂਰਵ ਇਤਿਹਾਸ ਦਾ ਹੀ ਰਹੇਗਾ। ਇਤਿਹਾਸ ਇਤਿਹਾਸ ਕੀ ਹੁੰਦਾ ਹੈਗਾ ਕਿ ਪ੍ਰਚਲਿਤ ਗੈਗੋਰੀਅਨ ਕੈਲੰਡਰ ਜੋ ਵਰਤਮਾਨ ਸਮੇਂ ਵੀ ਚੱਲ ਰਿਹਾ ਹੈਗਾ ਆਪਣੇ ਭਾਰਤ ਦੇ ਵਿੱਚ, ਠੀਕ ਹੈ। ਸੋ ਪ੍ਰਚਲਿਤ ਗੈਗੋਰੀਅਨ ਕੈਲੰਡਰ ਜਿਹੜਾ ਹੈ ਉਸ ਦੇ ਅਨੁਸਾਰ ਇਤਿਹਾਸ ਨੂੰ ਵੀ ਅੱਗੇ ਦੋ ਪੀੜ੍ਹਾਂ ਦੇ ਵਿੱਚ ਡਿਵਾਈਡ ਕੀਤਾ ਜਾਂਦਾ ਹੈ। ਪਹਿਲਾ ਪੀੜ੍ਹ ਈਸਾ ਪੂਰਵੀ, ਜਿਸ ਨੂੰ ਬਿਫੋਰ ਕ੍ਰਾਈਸਟ ਕਿਹਾ ਜਾਂਦਾ ਹੈ ਜਾਂ BC ਕਹਿ ਦਿੰਦੇ ਆ ਸ਼ਾਰਟ ਦੇ ਵਿੱਚ। ਦੂਸਰਾ ਕਾਲ ਹੈ ਈਸਵੀ, ਜਿਹਨੂੰ ਐਨੋ ਡੋਮਿਨੀ ਕਹਿ ਦਿੰਦੇ ਆ, ਇਹ AD ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਠੀਕ ਹੈ, ਇਹਨੂੰ CE ਵੀ ਕਹਿ ਦਿੰਦੇ ਹੈਗੇ ਸ਼ਾਰਟ ਦੇ ਵਿੱਚ ਕਈ ਵਾਰ। ਤੇ ਇਹ ਸਾਨੂੰ ਕੁੱਲ ਦੋ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲਦਾ ਹੈ। ਸੋ ਪਹਿਲਾ ਉਹ ਖੇਤਰ ਜਿਹੜਾ ਈਸਵੀ ਪੂਰਵ ਕਹਾਉਂਦਾ ਹੈ, ਜਿਹਨੂੰ ਆਪਾਂ BC ਦੇ ਨਾਲ ਪ੍ਰੈਜ਼ੈਂਟ ਕਰਦੇ ਹੈਗੇ। ਇਹ ਹੈ ਜੀ ਈਸਾ ਮਸੀਹ। ਈਸਾ ਮਸੀਹ ਦੇ ਜਨਮ ਤੋਂ ਪਹਿਲਾਂ ਦਾ ਸਮਾਂ, ਇਹਨੂੰ ਕਹਿੰਦੇ ਹੈਗੇ ਈਸਾ ਪੂਰਵ, ਯਾਨੀ ਕਿ ਈਸਾ ਮਸੀਹ ਦੇ ਜਨਮ ਤੋਂ ਪਹਿਲਾਂ ਜਿਹੜੀਆਂ ਘਟਨਾਵਾਂ ਹੋਈਆਂ ਨੇ ਉਹਨਾਂ ਦੇ ਮਗਰ ਆਪਾਂ ਈਸਵੀ ਪੂਰਵ ਲਾਉਣੇ ਹੁੰਦੇ ਆ। ਜਿਵੇਂ ਕਿ ਆਪਾਂ ਜਦੋਂ ਸਿੰਧ ਘਾਟੀ ਦੀ ਸੱਭਿਅਤਾ ਦੇ ਬਾਰੇ ਪੜ੍ਹਦੇ ਹੈਗੇ ਆ, ਉਹਦੇ 'ਚ ਜਿਵੇਂ ਸਮਾਂ ਚੱਲਦਾ ਹੈ 2250 ਤੋਂ ਲੈ ਕੇ 1750 ਈਸਵੀ ਪੂਰਵ, ਇਹ ਸਮਾਂ ਉਲਟ ਚੱਲਦਾ ਹੈ, ਪਿੱਛੇ ਨੂੰ ਚੱਲਦਾ ਹੈਗਾ ਗਾ। ਠੀਕ ਹੈ, ਇਸ ਤੋਂ ਬਾਅਦ ਜੀ ਹੈ ਈਸਾ ਮਸੀਹ ਦਾ ਜਨਮ ਹੁੰਦਾ ਹੈ, ਜਿਸ ਤੋਂ ਈਸਵੀ ਜਿਹੜਾ ਹੈ ਉਹ ਸ਼ੁਰੂ ਹੋ ਜਾਂਦਾ ਹੈਗਾ ਗਾ। ਪਹਿਲਾਂ ਈਸਵੀ ਪੂਰਵ, ਜਿਹਨੂੰ BC ਕਹਿ ਦਿੰਦੇ ਆ, ਯਾਨੀ ਕਿ ਈਸਾ ਮਸੀਹ ਦੇ ਜਨਮ ਤੋਂ ਪਹਿਲਾਂ ਦਾ ਸਮਾਂ। ਫਿਰ ਈਸਾ ਮਸੀਹ ਦਾ ਜਨਮ ਹੋ ਜਾਂਦਾ ਤੇ ਉਸ ਤੋਂ ਬਾਅਦ ਵਾਲਾ ਜਿਹੜਾ ਸਮਾਂ ਸ਼ੁਰੂ ਹੁੰਦਾ ਹੈ ਉਸ ਨੂੰ ਕਿਹਾ ਜਾਂਦਾ ਹੈ ਈਸਵੀ, ਯਾਨੀ ਕਿ AD, ਐਨੋ ਡੋਮਿਨੀ ਦੇ ਨਾਮ ਨਾਲ ਇਸ ਨੂੰ ਜਾਣਿਆ ਜਾਂਦਾ ਹੈ। ਇਹਦਾ ਮੀਨਿੰਗ ਹੈ ਕਿ ਜਦੋਂ ਈਸਾ ਮਸੀਹ ਦਾ ਜਨਮ ਹੋ ਜਾਂਦਾ ਹੈ ਉਸ ਤੋਂ ਬਾਅਦ ਵਾਲਾ ਸਮਾਂ ਈਸਵੀ ਕਹਾਉਂਦਾ ਹੈ, ਤੇ ਇਹਦੇ ਵਿੱਚ ਸਮਾਂ ਜਿਹੜਾ ਹੈ ਉਹ ਸਹੀ ਚੱਲਦਾ ਹੈ 1700 ਤੋਂ 1800, 1800 ਤੋਂ 19, ਇਸ ਤਰੀਕੇ ਦੇ ਨਾਲ ਜਿਹੜਾ ਸਮਾਂ ਸਾਡਾ ਉਹ ਚੱਲਦਾ ਰਹਿੰਦਾ ਹੈ। ਓਕੇ, ਇਤਿਹਾਸ ਦੇ ਵਿੱਚ ਜਿਹੜਾ ਪ੍ਰਾਚੀਨ ਇਤਿਹਾਸ ਦੇ ਵਿੱਚ ਜਿਹੜਾ ਮਨੁੱਖ ਸੀਗਾ ਜੀ, ਉਸ ਦੀ ਜੇਕਰ ਆਪਾਂ ਰਹਿਣ ਸਹਿਣ ਦੀ ਗੱਲ ਕਰੀਏ ਤਾਂ ਸ਼ੁਰੂਆਤੀ ਦੌਰ ਦੇ ਵਿੱਚ ਸਾਡਾ ਰਹਿਣ ਸਹਿਣ ਸੀਗਾ ਜਿਹੜਾ ਉਹ ਜਾਨਵਰਾਂ ਦੇ ਟਾਈਪ ਦਾ ਹੀ ਸੀਗਾ, ਤੇ ਅਸੀਂ ਗੁਫਾਵਾਂ ਦੇ ਵਿੱਚ ਪੇੜ ਪੌਦਿਆਂ ਦੇ ਉੱਪਰ ਠੀਕ ਹੈ ਰਹਿ ਕੇ ਹੀ ਗੁਜ਼ਾਰਾ ਕਰਦੇ ਸੀਗੇ, ਤੇ ਖਾਣ ਦੇ ਲਈ ਜਿਹੜਾ ਹੈ ਜੀਵ ਜੰਤੂਆਂ ਨੂੰ ਮਾਰ ਕੇ ਜਾਂ ਪੇੜ ਪੱਤੇ ਸੀਗੇ ਜਿਹੜੇ ਜਾਂ ਫਲ ਵਗੈਰਾ ਸੀ ਉਹਨਾਂ ਨੂੰ ਖਾ ਕੇ ਹੀ ਗੁਜ਼ਾਰਾ ਕਰਦੇ ਸੀ। ਅੱਜ ਦੀ ਤਰ੍ਹਾਂ ਸਾਡੇ ਕੋਲੇ ਬਹੁਤ ਸਾਰੇ ਸੋਰਸ ਜਿਹੜੇ ਉਹ ਖਾਣ ਪੀਣ ਦੇ ਨਹੀਂ ਹੁੰਦੇ ਸੀਗੇ। ਮਨੁੱਖ ਨੇ ਖੋਜ ਕਰ ਕਰਕੇ ਆਪਣੇ ਆਪ ਨੂੰ ਡਿਵੈਲਪ ਕਰ ਕਰਕੇ ਜਿਹੜਾ ਹੈ ਅੱਜ ਦੇ ਇਸ ਸਥਿਤੀ ਦੇ ਵਿੱਚ ਲਿਆਂਦਾ ਹੈ ਕਿ ਉਹ ਇੱਕ ਸਭ ਤੋਂ ਸਮਝਦਾਰ ਜਿਹੜਾ ਹੈ ਜੀਵ ਬਣ ਚੁੱਕਿਆ ਹੈਗਾ ਗਾ। ਠੀਕ ਹੈ ਜੀ, ਇਤਿਹਾਸ ਦੇ ਸਰੋਤਾਂ ਦੀ ਗੱਲ ਕਰੀਏ ਜਾਂ ਇਤਿਹਾਸ ਦੇ ਸਰੋਤ ਕਿਸ ਨੂੰ ਕਿਹਾ ਜਾਂਦਾ ਹੈ? ਸੋ ਇਤਿਹਾਸ ਦੇ ਸਰੋਤ ਉਹਨਾਂ ਨੂੰ ਕਿਹਾ ਜਾਂਦਾ ਹੈ ਜੋ ਤਾਂ ਜਾਣ ਕੇ ਜਾਂ ਜਾਣ ਬੁੱਝ ਕੇ ਜਾਂ ਅਣਜਾਣੇ ਦੇ ਵਿੱਚ ਮਨੁੱਖ ਕਈ ਅਜਿਹੇ ਤੱਥ ਆਪਣੇ ਪਿੱਛੇ ਛੱਡ ਦਿੰਦਾ ਹੈ ਜਿਨ੍ਹਾਂ ਤੋਂ ਸਾਨੂੰ ਮਨੁੱਖ ਦੀ ਕਹਾਣੀ ਜਾਣਨ ਦੇ ਵਿੱਚ ਸਹਾਇਤਾ ਮਿਲਦੀ ਹੈ, ਉਹਨਾਂ ਨੂੰ ਕਹਿੰਦੇ ਹੈ ਇਤਿਹਾਸਕ ਸਰੋਤ। ਠੀਕ ਹੈ, ਇਹ ਜਾਣ ਬੁੱਝ ਕੇ ਵੀ ਹੋ ਸਕਦੇ ਹੈ ਜਾਂ ਫਿਰ ਕਿਸੇ ਨੇ ਮਤਲਬ ਜਾਣ ਕੇ ਲਿਖੇ ਵੀ ਹੋ ਸਕਦੇ ਆ, ਜਾਂ ਫਿਰ ਇਹ ਅਣਜਾਣੇ ਦੇ ਵਿੱਚ ਵੀ ਕੋਈ ਇਹੋ ਜਿਹਾ ਸੋਰਸ ਰਹਿ ਜਾਂਦਾ ਹੈ ਜਿਸ ਨੂੰ ਅਸੀਂ ਬਾਅਦ ਦੇ ਵਿੱਚ ਲੰਬੇ ਸਮੇਂ ਬਾਅਦ ਦੇਖਦੇ ਹਾਂ ਤੇ ਅਸੀਂ ਅੰਦਾਜ਼ਾ ਲਗਾਉਂਦੇ ਹਾਂ ਕਿ ਸ਼ਾਇਦ ਉਸ ਵਿਅਕਤੀ ਦੀ ਚੀਜ਼ ਹੈ, ਇਸ ਦੇ ਉੱਪਰ ਉਸ ਵਿਅਕਤੀ ਦੇ ਸਿੰਬਲਸ ਨੇ ਤੇ ਇਸ ਕਰਕੇ ਉਹਦੇ ਨਾਲ ਸੰਬੰਧਿਤ ਹੈ। ਇਹਨਾਂ ਸਾਰਿਆਂ ਨੂੰ ਕਹਿੰਦੇ ਆਪਾਂ ਇਤਿਹਾਸ ਦੇ ਸਰੋਤ। ਓਕੇ, ਇਤਿਹਾਸ ਦੇ ਸਰੋਤਾਂ ਦੇ ਵਿੱਚ ਕੀ ਕੁਝ ਮੌਜੂਦ ਹੁੰਦਾ ਹੈ? ਪੁਸਤਕਾਂ ਹੋ ਸਕਦੀਆਂ ਨੇ, ਸਾਹਿਤਕ ਸਰੋਤ ਹੋ ਸਕਦੇ ਆ, ਪ੍ਰਾਚੀਨ ਖੰਡਰ ਹੋ ਸਕਦੇ ਆ, ਵਸਤੂਆਂ ਹੋ ਸਕਦੀਆਂ ਨੇ। ਇਹ ਸਾਰੇ ਦੇ ਸਾਰੇ ਕੀ ਆ? ਪੁਰਾਤੱਤਵ ਸਰੋਤ ਨੇਗੇ, ਯਾਨੀ ਕਿ ਪ੍ਰਾਚੀਨ ਸਰੋਤ ਨੇ ਜਿਨ੍ਹਾਂ ਤੋਂ ਸਾਨੂੰ ਪੁਰਾਣੇ ਇਤਿਹਾਸ ਦੀ ਜਾਣਕਾਰੀ ਮਿਲਦੀ ਹੈਗੀ। ਪਹਿਲਾਂ ਗੱਲ ਕਰਦੇ ਹਾਂ ਸਾਹਿਤਕ ਸਰੋਤਾਂ ਦੀ। ਸਾਹਿਤਕ ਸਰੋਤ ਜਿਹੜੇ ਹੈਗੇ ਨੇ ਇਹ ਪੁਸਤਕਾਂ ਦੇ ਨਾਲ ਰਿਲੇਟਡ ਨੇ, ਜਿਨ੍ਹਾਂ ਦੇ ਵਿੱਚ ਸਾਰੀਆਂ ਧਾਰਮਿਕ ਪੁਸਤਕਾਂ ਹੋ ਸਕਦੀਆਂ ਨੇ, ਵੇਦ, ਬ੍ਰਾਹਮਣ ਗ੍ਰੰਥ, ਅਰਣਯਕ ਹੋ ਗਏ, ਉਪਨਿਸ਼ਦ ਹੋ ਗਏ, ਮਹਾਕਾਵ ਹੋ ਗਏ, ਮਹਾਕਾਵ ਰਾਮਾਇਣ, ਮਹਾਭਾਰਤ ਤੇ ਪੁਰਾਣਾ। ਇਹ ਸਾਰੇ ਕੀ ਆ? ਧਾਰਮਿਕ ਪੁਸਤਕਾਂ ਨੇ ਜੋ ਕਿ ਸਾਡੇ ਲਈ ਜਿਹੜਾ ਹੈ ਸਾਹਿਤਕ ਸਰੋਤ ਪ੍ਰੋਵਾਈਡ ਕਰਦੇ ਨੇ ਤੇ ਇਹਨਾਂ ਨੂੰ ਆਪਾਂ ਸਾਹਿਤਕ ਸਰੋਤਾਂ ਦੇ ਨਾਮ ਨਾਲ ਸੰਬੋਧਨ ਕਰਦੇ ਹੈਗੇ। ਓਕੇ, ਪ੍ਰਾਚੀਨ ਕਾਲ ਦੇ ਵਿੱਚ ਜੇਕਰ ਸਾਨੂੰ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹਦੇ ਲਈ ਕਈ ਸਾਰੀਆਂ ਬੁੱਕਸ ਜ਼ਿਆਦਾ ਫੇਮਸ ਨੇਗੀਆਂ, ਜਿਨ੍ਹਾਂ ਦੇ ਵਿੱਚ ਪ੍ਰਾਚੀਨ ਕਾਲ ਦੇ ਵਿੱਚ ਜਿਵੇਂ ਨਿਯਮਾਂ ਤੇ ਕਾਨੂੰਨਾਂ ਦੇ ਬਾਰੇ ਇੱਕ ਪੁਸਤਕ ਲਿਖੀ ਗਈ ਸੀਗੀ ਜੀ, ਜਿਸ ਨੂੰ ਕਿ ਧਾਰਮਿਕ ਸ਼ਾਸਤਰ ਕਿਹਾ ਜਾਂਦਾ ਸੀ ਕਿਉਂਕਿ ਇਹ ਪੂਰਨ ਤੌਰ ਦੇ ਉੱਪਰ ਨਿਯਮਾਂ ਤੇ ਕਾਨੂੰਨਾਂ ਨੂੰ ਬਣਾਉਣ ਦੇ ਲਈ ਬਣਾਈ ਗਈ ਸੀਗੀ। ਠੀਕ ਹੈ, ਇਸ
ਇਸ ਧਾਰਮਿਕ ਸ਼ਾਸਤਰ ਦੇ ਅਧੀਨ ਇੱਕ ਪੁਸਤਕ ਲਿਖੀ ਸੀ ਜਿਸ ਦਾ ਨਾਮ ਸੀਗਾ ਜੀ ਮਨੂ ਸਮ੍ਰਿਤੀ, ਯਾਨੀ ਕਿ ਪੁਰਾਣੇ ਸਾਡੇ ਭਾਰਤ ਦਾ ਜਿਹੜਾ ਹੈ ਸਰੋਤ ਰਿਹਾ ਹੈ ਕੌਨਸਟੀਟਿਊਸ਼ਨ ਦੇ ਰੂਪ ਦੇ ਵਿੱਚ ਉਹ ਮਨੂ ਸਮ੍ਰਿਤੀ ਰਿਹਾ ਹੈ, ਪਰ ਅੱਜ ਦੇ ਸਮੇਂ ਦੇ ਵਿੱਚ ਅਸੀਂ ਇੰਡੀਅਨ ਕੌਨਸਟੀਟਿਊਸ਼ਨ ਨੂੰ ਪ੍ਰਮਾਣਤਾ ਦਿੰਦੇ ਹਾਂ ਜੋ ਕਿ ਡਾਕਟਰ ਬੀ ਆਰ ਅੰਬੇਦਕਰ ਦੇ ਦੁਆਰਾ ਬਣਾਇਆ ਗਿਆ ਹੈ। ਤਾਂ ਪੁਰਾਣੇ ਸਮੇਂ ਦੇ ਵਿੱਚ ਜਿਹੜਾ ਨਿਆਂ ਹੁੰਦਾ ਸੀਗਾ ਉਹ ਸਾਰਾ ਮਨੂ ਸਮ੍ਰਿਤੀ ਦੇ ਆਧਾਰ ਦੇ ਉੱਪਰ ਹੁੰਦਾ ਸੀ। ਇਹਦੇ ਵਿੱਚ ਉਸ ਸਮੇਂ ਦੇ ਨਿਯਮਾਂ ਤੇ ਕਾਨੂੰਨਾਂ ਦਾ ਜਿਹੜਾ ਹੈ ਉਹ ਜ਼ਿਕਰ ਕੀਤਾ ਹੋਇਆ ਸੀਗਾ। ਸ਼ਾਸਨ ਪ੍ਰਬੰਧ ਦੇ ਬਾਰੇ ਪੁਸਤਕ ਲਿਖੀ ਗਈ ਹੈ ਜੀ ਅਰਥ ਸ਼ਾਸਤਰ, ਜਿਹੜੀ ਕਿ ਕੌਟਲਿਆ ਦੇ ਦੁਆਰਾ ਲਿਖੀ ਗਈ ਹੈ। ਸੋ ਇਸ ਪੁਸਤਕ ਦੇ ਵਿੱਚ ਸਾਨੂੰ ਉਸ ਸਮੇਂ ਦੇ ਜਿਹੜਾ ਹੈ ਸ਼ਾਸਨ ਪ੍ਰਬੰਧ ਦੀ ਜਾਣਕਾਰੀ ਮਿਲਦੀ ਹੈਗੀ ਆ। ਇਸ ਤੋਂ ਇਲਾਵਾ ਉਸ ਸਮੇਂ ਦੇ ਵਿੱਚ ਯਾਨੀ ਕਿ ਪ੍ਰਾਚੀਨ ਸਮੇਂ ਦੇ ਵਿੱਚ ਕੁਝ ਨਾਟਕਕਾਰ ਰਹੇ ਆ ਜਿਨ੍ਹਾਂ ਨੇ ਨਾਟਕ ਲਿਖ ਕੇ ਸਾਨੂੰ ਬਹੁਤ ਸਾਰੀ ਜਾਣਕਾਰੀ ਜਿਹੜੀ ਹੈ ਉਹ ਪ੍ਰੋਵਾਈਡ ਕੀਤੀ ਹੈ, ਜਿਹਦੇ ਵਿੱਚ ਭਾਸ ਅਤੇ ਕਾਲੀਦਾਸ ਵਰਗੇ ਪ੍ਰਮੁੱਖ ਨਾਟਕਕਾਰ ਸਾਡੇ ਪ੍ਰਾਚੀਨ ਇਤਿਹਾਸ ਦੇ ਵਿੱਚ ਮੌਜੂਦ ਰਹੇ ਹੈਗੇ ਨੇਗੇ। ਓਕੇ, ਕਹਾਣੀ ਲਿਖਣ ਦਾ ਆਰੰਭ ਜਿਹੜਾ ਹੈ ਉਹ ਸਭ ਤੋਂ ਪਹਿਲਾਂ ਭਾਰਤ ਦੇ ਵਿੱਚੋਂ ਹੋਇਆ, ਕਿਉਂਕਿ ਇਸ ਕਹਾਣੀ ਦੀ ਸ਼ੁਰੂਆਤ ਭਾਰਤ ਤੋਂ ਹੀ ਹੁੰਦੀ ਹੈ। ਭਾਰਤ ਦੇ ਹੀ ਵਿਅਕਤੀ ਲਿਖਣੇ ਸ਼ੁਰੂ ਕਰਦੇ ਹੈਗੇ ਕਹਾਣੀਆਂ ਨੂੰ, ਇਸ ਕਰਕੇ ਸਭ ਤੋਂ ਪਹਿਲਾਂ ਕਹਾਣੀ ਲਿਖਣ ਦਾ ਆਰੰਭ ਭਾਰਤ ਦੇ ਵਿੱਚ ਹੋਇਆ ਸੀਗਾ। ਵਿਗਿਆਨੀ ਜੇਕਰ ਆਪਾਂ ਗੱਲ ਕਰੀਏ ਤਾਂ ਉਹ ਵੀ ਸਭ ਤੋਂ ਪਹਿਲਾਂ ਸਾਨੂੰ ਭਾਰਤ ਦੇ ਵਿੱਚ ਦੇਖਣ ਨੂੰ ਮਿਲਦਾ, ਜਿਹਦੇ ਵਿੱਚ ਆਰੀਆ ਭੱਟ ਅਤੇ ਬ੍ਰਹਮਾਰ ਵਰਗੇ ਜਿਹੜੇ ਪ੍ਰਮੁੱਖ ਵਿਗਿਆਨੀ ਰਹੇ ਆ, ਜਿਨ੍ਹਾਂ ਦੇ ਵਿੱਚੋਂ ਬਹੁਤ ਸਾਰੇ ਧਾਰਮਿਕ ਗ੍ਰੰਥ ਅਤੇ ਇਸ ਤੋਂ ਇਲਾਵਾ ਵਿਗਿਆਨ ਨੂੰ ਲੈ ਕੇ ਸਮਰਪਿਤ ਜਿਹੜੇ ਗ੍ਰੰਥ ਨੇਗੇ ਉਹ ਕ੍ਰੀਏਟ ਕੀਤੇ ਗਏ ਹੈਗੇ ਨੇ। ਆਰੀਆ ਭੱਟ ਦੇ ਦੁਆਰਾ ਜ਼ੀਰੋ ਦੀ ਜਿਹੜੀ ਖੋਜ ਕੀਤੀ ਜਾਂਦੀ ਹੈਗੀ ਆ ਸਭ ਤੋਂ ਪ੍ਰਮੁੱਖ ਰਹਿੰਦੀ ਹੈਗੀ ਆ। ਇਹਦੇ ਨਾਮ ਦੇ ਉੱਪਰ ਹੀ ਆਪਣਾ ਸਭ ਤੋਂ ਪਹਿਲਾ ਸੈਟੇਲਾਈਟ ਆਰੀਆ ਭੱਟਮ ਜਿਹੜਾ ਹੈ ਉਹ ਜਾਂਦਾ ਹੈਗਾ ਗਾ। ਠੀਕ ਹੈ, ਇਹ ਸਾਰੇ ਜਿਹੜੇ ਹੈ ਪ੍ਰਮੁੱਖ ਵਿਅਕਤੀ ਨੇ ਜਿਨ੍ਹਾਂ ਨੇ ਕੁਝ ਗ੍ਰੰਥ ਲਿਖੇ, ਕੁਝ ਇੰਪੋਰਟੈਂਟ ਇਨਫੋਰਮੇਸ਼ਨ ਦਿੱਤੀ, ਜਿਨ੍ਹਾਂ ਤੋਂ ਸਾਨੂੰ ਉਸ ਸਮੇਂ ਦੇ ਧਾਰਮਿਕ ਸਿਸਟਮ ਦੇ ਬਾਰੇ, ਉਸ ਸਮੇਂ ਦੇ ਨਿਯਮਾਂ ਬਾਰੇ, ਉਸ ਸਮੇਂ ਦੇ ਕਾਨੂੰਨਾਂ ਦੇ ਬਾਰੇ, ਉਸ ਸਮੇਂ ਦੇ ਸ਼ਾਸਨ ਪ੍ਰਬੰਧ ਬਾਰੇ, ਉਸ ਸਮੇਂ ਦੇ ਵਿਗਿਆਨਿਕ ਦ੍ਰਿਸ਼ਟੀਕੋਣ ਬਾਰੇ ਸਾਨੂੰ ਜਾਣਕਾਰੀ ਮਿਲਦੀ ਹੈ। ਤਾਂ ਇਹ ਸਾਰੇ ਸਾਹਿਤਿਕ ਸਰੋਤ ਨੇਗੇ। ਸਾਹਿਤਿਕ ਸਰੋਤਾਂ ਦੇ ਵਿੱਚ ਕੁਝ ਪ੍ਰਮੁੱਖ ਸਰੋਤ ਵੀ ਆ ਜਾਂਦੇ ਹੈ, ਜਿਨ੍ਹਾਂ ਦੇ ਵਿੱਚੋਂ ਮਹਾਕਾਵ, ਰਾਮਾਇਣ ਤੇ ਮਹਾਭਾਰਤ, ਇਹ ਦੋਨੋਂ ਬਹੁਤ ਹੀ ਪ੍ਰਾਚੀਨ ਗ੍ਰੰਥ ਨੇ, ਭਾਰਤ ਦੇ ਪ੍ਰਮੁੱਖ ਗ੍ਰੰਥਾਂ ਦੇ ਵਿੱਚੋਂ ਇੱਕ ਮੰਨੇ ਜਾਂਦੇ ਹੈਗੇ ਨੇ। ਜਿਨ੍ਹਾਂ ਦੇ ਵਿੱਚੋਂ ਰਾਮਾਇਣ ਜਿਹੜੀ ਹੈ ਉਹ ਉਸ ਦਾ ਲੇਖਕ ਰਿਸ਼ੀ ਵਾਲਮੀਕ ਰਿਹਾ ਹੈ, ਉਸ ਦੇ ਦੁਆਰਾ ਇਸ ਨੂੰ ਕ੍ਰੀਏਟ ਕੀਤਾ ਗਿਆ ਸੀਗਾ, ਜਿਸ ਦੇ ਵਿੱਚ ਤਕਰੀਬਨ 24,000 ਦੇ ਕਰੀਬ ਜਿਹੜੇ ਆ ਉਹ ਸ਼ਲੋਕ ਪਾਏ ਜਾਂਦੇ ਹੈਗੇ ਆ। ਸੋ ਇਹ ਰਾਮਾਇਣ ਦੇ ਵਿੱਚ ਹੈ, ਜਿਸ ਦੀ ਰਚਨਾ ਰਿਸ਼ੀ ਵਾਲਮੀਕ ਨੇ ਜਿਹੜੇ ਹੈ ਉਹ ਕੀਤੀ ਸੀਗੀ। ਓਕੇ, ਰਾਮਾਇਣ। ਦੂਸਰਾ ਹੈ ਜੀ ਮਹਾਭਾਰਤ। ਮਹਾਭਾਰਤ ਜਿਹੜਾ ਹੈ ਉਹ ਬਿਆਸ ਰਿਸ਼ੀ ਦੇ ਦੁਆਰਾ ਲਿਖਿਆ ਗਿਆ ਹੈ। ਇਹ 18 ਪੁਸਤਕਾਂ ਦਾ ਜਿਹੜਾ ਤਰਤੀਬ ਹੈ, ਜਿਸ ਦੇ ਵਿੱਚ ਤਕਰੀਬਨ 1 ਲੱਖ ਤੋਂ ਵੀ ਵੱਧ ਜਿਹੜੇ ਸ਼ਲੋਕ ਨੇ ਉਹ ਮੌਜੂਦ ਹੈਗੇ ਨੇ। ਤਾਂ ਇਹ ਸਾਡੀਆਂ ਪ੍ਰਾਚੀਨ ਧਾਰਮਿਕ ਪੁਸਤਕਾਂ ਨੇ, ਜਿਹਦੇ ਵਿੱਚ ਰਾਮਾਇਣ ਤੇ ਮਹਾਭਾਰਤ ਹੈ। ਰਾਮਾਇਣ ਰਿਸ਼ੀ ਵਾਲਮੀਕ ਦੀ ਲਿਖੀ ਹੋਈ ਹੈ ਅਤੇ ਮਹਾਭਾਰਤ ਬਿਆਸ ਰਿਸ਼ੀ ਦੇ ਦੁਆਰਾ ਲਿਖੀ ਹੋਈ ਹੈ। ਠੀਕ ਹੈ, ਤਾਂ ਇਹ ਦੋਨੋਂ ਪੁਆਇੰਟ ਤੁਸੀਂ ਯਾਦ ਰੱਖਣੇ ਹੈਗੇ ਨੇ। ਇਹ ਸਾਡੇ ਪ੍ਰਮੁੱਖ ਸਰੋਤ ਆ ਜਾਂਦੇ ਹੈਗੇ ਆ। ਨੈਕਸਟ ਆਉਂਦੇ ਆ ਪੁਰਾਤੱਤਵ ਸਰੋਤ। ਪੁਰਾਤੱਤਵ ਸਰੋਤ ਦੇ ਵਿੱਚ ਕੀ ਚੀਜ਼ਾਂ ਮੌਜੂਦ ਹੁੰਦੀਆਂ ਨੇ, ਜਿਵੇਂ ਪੁਰਾਤਨ ਇਮਾਰਤਾਂ ਹੋ ਗਈਆਂ, ਪੁਰਾਤਨ ਬਰਤਨ ਹੋ ਗਏ, ਰੋਜ਼ਾਨਾ ਦੀਆਂ ਵਰਤੋਂ ਵਿੱਚ ਆਉਣ ਵਾਲੀਆਂ ਵਸਤੂਆਂ, ਸਿੱਕੇ ਹੋ ਗਏ, ਪ੍ਰਾਚੀਨ ਅਭਿਲੇਖ ਹੋ ਗਏ, ਇਹ ਸਾਰੇ ਪੁਰਾਤੱਤਵ ਸਰੋਤਾਂ ਦੇ ਵਿੱਚ ਰਹਿੰਦੇ ਹੈਗੇ ਆ, ਜਿਸ ਤੋਂ ਸਾਨੂੰ ਉਸ ਸਮੇਂ ਦੇ ਢਾਂਚੇ ਦੇ ਬਾਰੇ ਸਾਰਾ ਕੁਝ ਪਤਾ ਲੱਗਦਾ ਹੈ, ਰਹਿਣ ਸਹਿਣ ਬਾਰੇ ਸਾਨੂੰ ਪਤਾ ਲੱਗਦਾ ਹੈਗਾ ਗਾ। ਜਿਹੜਾ ਵਿਅਕਤੀ ਇਹਨਾਂ ਦਾ ਅਧਿਐਨ ਕਰਦਾ ਹੈ, ਜੋ ਵੀ ਇਹ ਸਾਰੀਆਂ ਇਮਾਰਤਾਂ ਨੇਗੀਆਂ ਜਾਂ ਫਿਰ ਬਰਤਨ ਨੇ ਜਾਂ ਰੋਜ਼ਾਨਾ ਦੀਆਂ ਵਸਤੂਆਂ ਨੇ ਜਾਂ ਫਿਰ ਸਿੱਕੇ ਨੇ ਜਾਂ ਫਿਰ ਪ੍ਰਾਚੀਨ ਅਭਿਲੇਖ ਨੇ, ਜਿਹੜਾ ਵਿਅਕਤੀ ਇਹਨਾਂ ਦਾ ਅਧਿਐਨ ਕਰਦਾ ਹੈ ਉਹਨਾਂ ਨੂੰ ਕਿਹਾ ਜਾਂਦਾ ਹੈ ਪੁਰਾਤੱਤਵ ਵਿਗਿਆਨੀ। ਸੋ ਪੁਰਾਤੱਤਵ ਵਿਗਿਆਨੀ ਉਸ ਨੂੰ ਕਿਹਾ ਜਾਂਦਾ ਹੈ ਜੋ ਪੁਰਾਣੀਆਂ ਜਾਂ ਪੁਰਾਤਨ ਚੀਜ਼ਾਂ ਦਾ ਅਧਿਐਨ ਕਰਦਾ ਹੈਗਾ ਗੱਲ। ਓਕੇ, ਪੁਰਾਤਨ ਚੀਜ਼ਾਂ ਦੇ ਵਿੱਚੋਂ ਪਹਿਲਾਂ ਗੱਲ ਕਰਦੇ ਹਾਂ ਸਿੱਕਿਆਂ ਦੀ। ਸੋ ਸਿੱਕੇ ਜਿਹੜੇ ਹੈਗੇ ਨੇ ਪ੍ਰਾਚੀਨ ਸਮੇਂ ਦੇ ਵਿੱਚ ਕਲੀ ਤੋਂ, ਤਾਂਬੇ ਤੋਂ, ਕਾਂਸੇ ਤੋਂ, ਚਾਂਦੀ ਤੋਂ ਤੇ ਸੋਨੇ ਤੋਂ ਬਣਾਏ ਜਾਂਦੇ ਹੁੰਦੇ ਸੀਗੇ। ਕਲੀ, ਤਾਂਬਾ, ਕਾਂਸਾ, ਚਾਂਦੀ ਤੇ ਸਿੱਕਾ, ਇਹਨਾਂ ਤੋਂ ਪ੍ਰਾਚੀਨ ਸਮੇਂ ਦੇ ਵਿੱਚ ਜਿਹੜਾ ਹੈ ਸਿੱਕੇ ਬਣਾਏ ਜਾਂਦੇ ਸੀਗੇ। ਤੇ ਸਿੱਕਿਆਂ ਦੇ ਅਧਿਐਨ ਨੂੰ ਉਸ ਸਮੇਂ ਸਿੱਕਿਆਂ ਦੀ ਵਿੱਦਿਆ ਯਾਨੀ ਕਿ ਨੋਮਿਸਟੋਲੋਜੀ ਜਿਹੜਾ ਕਿਹਾ ਜਾਂਦਾ ਸੀਗਾ, ਇਹ ਸਿੱਕਿਆਂ ਦੀ ਵਿੱਦਿਆ ਦਾ ਨਾਮ ਹੈਗਾ ਗਾ, ਯਾਨੀ ਕਿ ਇਸ ਦੇ ਵਿੱਚ ਸਿੱਕਿਆਂ ਦਾ ਜਿਹੜਾ ਅਧਿਐਨ ਕੀਤਾ ਜਾਂਦਾ ਸੀ। ਪ੍ਰਾਚੀਨ ਸਮੇਂ ਦੇ ਵਿੱਚ ਵੱਖਰੇ ਵੱਖਰੇ ਜਿਹੜੇ ਸਾਨੂੰ ਇਹ ਸਿੱਕੇ ਮਿਲਦੇ ਨੇ, ਜਿਨ੍ਹਾਂ ਦੇ ਉੱਪਰ ਉਸ ਸਮੇਂ ਦੀ ਡੇਟ ਦਾ ਜ਼ਿਕਰ ਕੀਤਾ ਗਿਆ ਹੈ, ਉਸ ਸਮੇਂ ਦੇ ਬਣਾਏ ਗਏ ਜਿਸ ਸ਼ਾਸਕ ਨੇ ਇਸ ਨੂੰ ਬਣਾਇਆ ਸੀ ਉਹਦਾ ਨਾਮ ਦਿੱਤਾ ਹੋਇਆ ਹੈ, ਜਾਂ ਉਹਨਾਂ ਦੀਆਂ ਕਈ ਵਾਰ ਤਸਵੀਰਾਂ ਵੀ ਦਿੱਤੀਆਂ ਹੋਈਆਂ ਨੇ, ਜਾਂ ਫਿਰ ਆਪਣੇ ਦੇਵੀ ਦੇਵਤੇ, ਜੀਵ ਜੰਤੂਆਂ ਦੀਆਂ ਵੀ ਤਸਵੀਰਾਂ ਉਹਨਾਂ ਨੇ ਇਹਨਾਂ ਸਿੱਕਿਆਂ ਦੇ ਉੱਪਰ ਬਣਾਈਆਂ ਹੋਈਆਂ ਨੇ, ਜਿਸ ਤੋਂ ਸਾਨੂੰ ਉਸ ਸਮੇਂ ਦੀ ਕਾਫੀ ਸਾਰੀ ਇੰਪੋਰਟੈਂਟ ਇਨਫੋਰਮੇਸ਼ਨ ਜਿਹੜੀ ਹੈ ਉਹ ਪ੍ਰੋਵਾਈਡ ਕੀਤੀ ਜਾਂਦੀ ਹੈਗੀ ਆ। ਦੂਸਰੀ ਹੈਗੀ ਜੀ ਸਮਾਰਕ ਇਮਾਰਤਾਂ, ਜਿਹਨੂੰ ਆਪਾਂ ਕਹਿ ਸਕਦੇ ਹਾਂ। ਸੋ ਜਿਵੇਂ ਕਿ ਦੇਸ਼ ਦੇ ਵਿੱਚ ਅਸੀਂ ਦੇਖਦੇ ਹਾਂ ਬਹੁਤ ਸਾਰੇ ਸਤੰਭ ਨੇ, ਬਹੁਤ ਸਾਰੇ ਕਿਲੇ ਨੇ, ਬਹੁਤ ਸਾਰੇ ਮਹਿਲ ਨੇਗੇ, ਜੋ ਕਿ ਹਜ਼ਾਰਾਂ ਸਾਲ ਪਹਿਲਾਂ ਇਸ ਧਰਤੀ ਦੇ ਉੱਪਰ ਬਣਾਏ ਗਏ ਸੀਗੇ। ਇਹਨਾਂ ਸਾਰਿਆਂ ਨੂੰ ਅਸੀਂ ਸਮਾਰਕਾਂ ਦੇ ਵਿੱਚ ਰੱਖਦੇ ਹੈਗੇ ਹਾਂ। ਇਹਨਾਂ ਸਮਾਰਕਾਂ ਦੇ ਵਿੱਚ ਆਪਾਂ 3 ਦੀ ਗੱਲ ਕਰ ਰਹੇ ਹਾਂ। ਪਹਿਲਾ ਹੈ ਸਾਂਚੀ ਦਾ ਸਤੂਪ, ਦੂਸਰਾ ਹੈ ਅਸ਼ੋਕ ਦਾ ਸਤੰਭ, ਤੀਸਰਾ ਹੈ ਨਾਲੰਦਾ ਯੂਨੀਵਰਸਿਟੀ, ਜਿਹੜੀ ਕਿ ਸਾਨੂੰ ਉਸ ਸਮੇਂ ਦੇ ਪ੍ਰਾਚੀਨ ਸਿਸਟਮ ਦੇ ਬਾਰੇ ਜਾਣਕਾਰੀ ਦਿੰਦੀ ਹੈ। ਪਹਿਲਾ ਹੈ ਜੀ ਇਹਨਾਂ ਦੇ ਵਿੱਚੋਂ ਸਾਂਚੀ ਦਾ ਸਤੂਪ। ਠੀਕ ਹੈ,
ਸੌਰੀ ਸਾਂਚੀ ਦਾ ਸਤੂਪ, ਠੀਕ ਹੈ। ਇਸ ਤੋਂ ਇਲਾਵਾ ਅਸ਼ੋਕ ਦਾ ਸਤੰਭ ਆ ਜਾਂਦਾ ਹੈ ਅਤੇ ਨਾਲੰਦਾ ਯੂਨੀਵਰਸਿਟੀ ਦਾ ਖੰਡਰ ਜਿਹੜਾ ਹੈ ਵਰਤਮਾਨ ਸਮੇਂ ਮੌਜੂਦ ਹੈ ਬਿਹਾਰ ਦੇ ਵਿੱਚ। ਇਹ ਸਾਨੂੰ ਦੱਸਦਾ ਹੈ ਕਿ ਸਾਡੇ ਭਾਰਤ ਦੇ ਵਿੱਚ ਪਹਿਲਾਂ ਬਹੁਤ ਚੀਜ਼ਾਂ ਮੌਜੂਦ ਸੀਗੀਆਂ ਜਿਨ੍ਹਾਂ ਨੂੰ ਬਣਾਇਆ ਗਿਆ ਸੀ ਵੱਖਰੇ ਵੱਖਰੇ ਸ਼ਾਸਕਾਂ ਦੇ ਦੁਆਰਾ, ਅਤੇ ਉਹਨਾਂ ਨੂੰ ਅਸੀਂ ਬਹੁਤਿਆਂ ਦੇ ਵਿੱਚ ਆਪਣਾ ਰਾਸ਼ਟਰੀ ਜਿਹੜਾ ਸਮਾਰਕ ਵੀ ਬਣਾਏ ਹੋਏ ਆ, ਰਾਸ਼ਟਰੀ ਚਿੰਨ੍ਹ ਵੀ ਘੋਸ਼ਿਤ ਕੀਤੇ ਹੋਏ ਆ, ਅਤੇ ਇਹਨਾਂ ਤੋਂ ਸਾਨੂੰ ਉਸ ਸਮੇਂ ਦੀ ਜਿਹੜੀ ਹੈ ਜਾਣਕਾਰੀ ਵੀ ਮਿਲਦੀ ਹੈ ਕਿ ਲੋਕ ਪੜ੍ਹਦੇ ਲਿਖੇ ਦੇ ਵੀ ਸੀਗੇ ਅਤੇ ਇਮਾਰਤਾਂ ਬਣਾਉਣ ਦੇ ਵਿੱਚ ਵੀ ਮਾਹਿਰ ਸੀਗੇ, ਅਤੇ ਉਹ ਆਰਕੀਟੈਕਚਰ ਦੇ ਵਿੱਚ ਵੀ ਬਹੁਤ ਪ੍ਰਸਿੱਧ ਰਹੇ ਹੋਣਗੇ, ਠੀਕ ਹੈ। ਸੋ ਇਸ ਬਾਰੇ ਸਾਨੂੰ ਜਾਣਕਾਰੀ ਮਿਲਦੀ ਹੈ। ਨੈਕਸਟ ਹੈ ਜੀ ਸਿਲਾਲੇਖ। ਸਿਲਾਲੇਖ ਕੀ ਹੁੰਦੇ ਹੈਗੇ ਆਗੇ, ਇਹ ਪੱਥਰ ਦੇ ਸਤੰਭ ਹੋ ਸਕਦੇ ਆ, ਚਟਾਨਾਂ ਤੇ ਤਾਂਬੇ ਦੀਆਂ ਪਲੇਟਾਂ ਹੋ ਸਕਦੇ ਸੀਗੇ, ਮਿੱਟੀ ਦੀਆਂ ਤਖਤੀਆਂ ਹੋ ਸਕਦੀਆਂ ਸੀ, ਜਾਂ ਮੰਦਰਾਂ ਦੀਆਂ ਕੰਧਾਂ ਦੇ ਉੱਪਰ ਲਿਖਿਆ ਜਾਂਦਾ ਸੀਗਾ। ਇਹਨਾਂ ਸਾਰਿਆਂ ਨੂੰ ਕਿਹਾ ਜਾਂਦਾ ਹੈ ਸਿਲਾਲੇਖ। ਮਤਲਬ ਕਿ ਕਿਸੇ ਪੱਥਰ ਦੇ ਉੱਪਰ, ਕਿਸੇ ਚਟਾਨ ਦੇ ਉੱਪਰ, ਜਾਂ ਤਾਂਬੇ ਦੀ ਪਲੇਟ ਦੇ ਉੱਪਰ, ਜਾਂ ਮਿੱਟੀ ਦੀਆਂ ਤਖਤੀਆਂ ਦੇ ਉੱਪਰ, ਜਾਂ ਫਿਰ ਮੰਦਰ ਦੀਆਂ ਕੰਧਾਂ ਦੇ ਉੱਪਰ ਜਿਹੜਾ ਹੈ ਇਸ ਨੂੰ ਲਿਖਿਆ ਜਾਂਦਾ ਸੀਗਾ। ਇਹਨੂੰ ਨਾਮ ਦਿੱਤਾ ਜਾਂਦਾ ਸੀ ਸਿਲਾਲੇਖ ਦਾ। ਸਿਲਾਲੇਖ ਦੇ ਅਧਿਐਨ ਕਰਨ ਵਾਲੇ ਨੂੰ ਪੁਰਾਲੇਖ ਵਿੱਦਿਆ ਕਹਿੰਦੇ ਹੈ, ਯਾਨੀ ਕਿ ਇਪੋਗ੍ਰਾਫੀ ਦੇ ਨਾਮ ਨਾਲ ਇਸ ਨੂੰ ਜਾਣਿਆ ਜਾਂਦਾ ਹੈ, ਜਿਸ ਦੇ ਵਿੱਚ ਸਿਲਾਲੇਖਾਂ ਦਾ ਅਧਿਐਨ ਕੀਤਾ ਜਾਂਦਾ ਹੈ। ਉਦਾਹਰਨ ਦੇ ਲਈ ਸਮਰਾਟ ਅਸ਼ੋਕ ਦੇ ਜਿਹੜੇ ਸਿਲਾਲੇਖ ਸਾਨੂੰ ਦੇਖਣ ਨੂੰ ਮਿਲਦੇ ਆ, ਸਮੁੰਦਰ ਗੁਪਤ ਦੇ ਤੇ ਸਕੰਦ ਗੁਪਤ ਦੇ ਜਿਹੜੇ ਸਾਨੂੰ ਸਿਲਾਲੇਖ ਆ ਉਹ ਇਸ ਖੇਤਰ ਦੇ ਵਿੱਚ ਦੇਖਣ ਨੂੰ ਮਿਲਦੇ ਹੈਗੇ ਨੇਗੇ। ਅਤੇ ਪ੍ਰਾਚੀਨ ਸਮੇਂ ਦੇ ਵਿੱਚ ਜਾਂ ਪ੍ਰਾਚੀਨ ਕਾਲ ਦੇ ਵਿੱਚ ਜਿਹੜੇ ਤਾਮਰ ਪੱਤਰ ਹੁੰਦੇ ਸੀਗੇ ਉਹਨਾਂ ਦੀ ਵਰਤੋਂ ਭੂਮੀ ਨੂੰ ਖਰੀਦਣ, ਵੇਚਣ ਤੇ ਭੂਮੀ ਦਾਨ ਕਰਨ ਦੇ ਲਈ ਪ੍ਰਯੋਗ ਕੀਤਾ ਜਾਂਦਾ ਸੀਗਾ। ਤਾਮਰ ਪੱਤਰ, ਠੀਕ ਹੈ, ਇਹਨਾਂ ਦੇ ਉੱਪਰ ਲਿਖਿਆ ਵੀ ਜਾਂਦਾ ਸੀਗਾ ਤੇ ਇਸ ਨੂੰ ਖਰੀਦਣ ਤੇ ਵੇਚਣ ਤੇ ਭੂਮੀ ਦਾਨ ਦੇ ਲਈ ਵੀ ਪ੍ਰਯੋਗ ਕੀਤਾ ਜਾਂਦਾ ਸੀਗਾ। ਆ ਤੁਸੀਂ ਦੇਖ ਸਕਦੇ ਹੈਗੇ ਕਿ ਇਹ ਸਾਰੀਆਂ ਲੈਂਗੁਏਜ ਨੇਗੀਆਂ ਜੋ ਕਿ ਕਿਸੇ ਪੱਥਰ ਦੇ ਉੱਪਰ ਜਾਂ ਕਿਸੇ ਸਿੱਕੇ ਦੇ ਉੱਪਰ ਜਾਂ ਕਿਸੇ ਪਲੇਟ ਦੇ ਉੱਪਰ ਜਾਂ ਫਿਰ ਕਿਸੇ ਮੰਦਰ ਦੀ ਦੀਵਾਰ ਦੇ ਉੱਪਰ ਬਣਾਈਆਂ ਗਈਆਂ ਹੈਗੀਆਂ ਨੇ। ਸੋ ਇੱਥੋਂ ਸਾਨੂੰ ਉਸ ਸਮੇਂ ਦੀ ਜਾਣਕਾਰੀ ਮਿਲਦੀ ਹੈ, ਕਿਉਂਕਿ ਇਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਨੇ ਗੱਲਾਂ ਲਿਖੀਆਂ ਹੁੰਦੀਆਂ ਨੇ। ਕਈ ਵਾਰ ਇਹਨਾਂ ਦੇ ਵਿੱਚ ਇਸ ਤਰ੍ਹਾਂ ਦੇਖਣ ਨੂੰ ਮਿਲਿਆ ਕਿ ਰਾਜਾ ਨੇ ਨਿਯਮ ਲਿਖਾਏ ਹੋਏ ਸੀ ਪੂਰੇ ਦੇਸ਼ ਦੇ ਵਿੱਚ ਕਿ ਲੋਕਾਂ ਨੇ ਕੀ ਚੀਜ਼ ਫੋਲੋ ਕਰਨੀ ਹੈ, ਕਿਸ ਤਰੀਕੇ ਦੇ ਨਾਲ ਜੀਣਾ ਹੈ, ਕੀ ਕੁਝ ਕਰਨਾ ਹੈ, ਉਹ ਸਾਰੇ ਨਿਯਮਾਂ ਵਗੈਰਾ ਨੂੰ ਜਿਹੜਾ ਹੈ ਇਸ ਦੇ ਉੱਪਰ ਬਿਆਨ ਕੀਤਾ ਹੋਇਆ ਹੈ। ਓਕੇ, ਸੋ ਇਹ ਸੀਗੀ ਆਪਣਾ ਅੱਜ ਦਾ ਸੈਸ਼ਨ ਜਿਸ ਦੇ ਵਿੱਚ ਆਪਾਂ ਡਿਸਕਸ ਕੀਤਾ ਹੈ ਪ੍ਰਾਚੀਨ ਹਿਸਟਰੀ ਦਾ ਪਹਿਲਾ ਪੁਆਇੰਟ, ਯਾਨੀ ਕਿ 6ਵੀਂ ਕਲਾਸ ਦਾ ਸਾਡਾ 8ਵਾਂ ਚੈਪਟਰ ਤੇ ਇਤਿਹਾਸ ਦਾ ਪਹਿਲਾ ਚੈਪਟਰ ਸੀਗਾ 6ਵੀਂ ਦਾ ਇਹ। ਸੋ ਇਸ ਦੇ ਵਿੱਚ ਆਪਾਂ ਬੇਸਿਕ ਜਿਹੇ ਪੁਆਇੰਟ ਤੋਂ ਸ਼ੁਰੂ ਕੀਤਾ ਹੈ। ਉਮੀਦ ਕਰਦਾ ਤੁਹਾਡੇ ਸਾਰਿਆਂ ਲਈ ਹੈਲਪਫੁਲ ਰਿਹਾ ਹੋਊਗਾ। ਇਹ ਤੁਹਾਨੂੰ 6ਵੀਂ ਕਲਾਸ ਦੇ ਵੀ ਲਈ ਹੈਲਪਫੁਲ ਹੋਊਗਾ। ਇਸ ਤੋਂ ਇਲਾਵਾ ਬਾਕੀ ਦੇ ਜਿਹੜੇ ਕੋਰਸਿਸ ਨੇ ਉਹਨਾਂ ਦੇ ਲਈ ਵੀ ਤੁਹਾਨੂੰ ਹੈਲਪਫੁਲ ਹੋਊਗਾ, ਕਿਉਂਕਿ ਤੁਹਾਨੂੰ ਇੱਕ ਬੇਸਿਕ ਸਟਰਕਚਰ ਜਿਹੜਾ ਹੈ ਉਹ ਪ੍ਰੋਵਾਈਡ ਕਰੂਗਾ ਕਿਸੇ ਵੀ ਨੌਲੇਜ ਲਈ, ਠੀਕ ਹੈ। ਸੋ ਮਿਲਦੇ ਹਾਂ ਜੀ ਨੈਕਸਟ ਅਗਲੇ ਸੈਸ਼ਨ ਦੇ ਵਿੱਚ। ਥੈਂਕ ਯੂ ਸੋ ਮਚ ਜੀ।